ਉੱਤੇ ਅੱਗੋਂ ਜਦੋਂ 7-8 ਬੰਦੇ ਗੱਲ ਕਰਦੇ ਨੇ ਨਾ ਤੇ ਉਹ ਮੌਜੂ ਖਿੱਲਰ ਜਾਂਦਾ ਹੈ। ਹਰ ਬੰਦੇ ਨੇ ਫੋਕਸ ਰੱਖ ਕੇ ਗੱਲ ਨਹੀਂ ਕਰਨੀ ਹੁੰਦੀ ਹੈ। ਲਿਹਾਜ਼ਾ ਤੁਸੀਂ ਸ਼ੋਅ ਚਲਾ ਤੇ ਦਿੱਤਾ ਹੈ ਪਰ ਇਹਦਾ ਫਾਇਦਾ ਕੋਈ ਨਹੀਂ ਹੈ, ਕਿਉਂਕਿ ਤੁਸੀਂ ਇੱਕ ਮੌਜੂ ਤੇ ਗੱਲ ਕਰਨਾ ਚਾਹੁੰਦੇ। ਇੱਕ ਮੌਜੂ ਤੇ 8 ਬੰਦੇ ਗੱਲ ਨਹੀਂ ਕਰ ਸਕਦੇ, ਇੱਕ ਮੌਜੂ ਸਿਰਫ 2 ਬੰਦੇ ਗੱਲ ਕਰ ਸਕਦੇ ਨੇ। ਤੁਸੀਂ 2 ਬੰਦੇ ਸਾਨੂੰ ਬਿਠਾ ਦਿਓ, ਮੈਂ ਹੁਣ ਫਾਰਗ ਹੋ ਗਿਆ। ਜਿੰਨੇ ਫਿਰ ਬੰਦ ਕਰ ਦਈਏ ਸ਼ੋਅ ਬੰਦ ਕਰਕੇ ਤਾਰ ਰੰਜੂ ਸਾਹਿਬ ਨੂੰ ਮੈਂ ਕਹਿੰਦਾ ਮੌਕਾ ਦੇ ਦਈਏ। ਬਿਲਕੁਲ, ਜਿੰਨੇ ਗੱਲ ਕਰਨੀ ਹੈ ਤੁਸੀਂ ਸ਼ੋਅ ਬੰਦ ਕਰਕੇ ਉਹਨੂੰ ਤੇ ਮੈਨੂੰ ਉੱਤੇ ਰੱਖ ਦਿਓ, ਬਾਕੀ ਥੱਲੇ ਲਾ ਦਿਓ ਤੇ ਸ਼ੋਅ ਚਲਾ ਦਿਓ। ਇਹਨੂੰ ਆਖ ਜਿਹੜੀ ਗੱਲ ਕਰਨੀ ਕਰ ਲਓ, ਜਿਹੜਾ ਸਵਾਲ ਕਰਨਾ ਕਰ ਲਓ। ਤਾਰ ਰੰਜੂ ਸਾਹਿਬ ਨੂੰ ਪਹਿਲੇ ਬੋਲਣ ਦਿਓ, ਸਾਰੀ ਮੰਗੀ ਹੈ ਜੀ। ਅਸਲਾਮ ਅਲੈਕਮ। ਮੁਖਤਲਿਫ ਗੱਲਾਂ ਹੋ ਰਹੀਆਂ ਸੀ ਇਹਦੇ ਵਿੱਚ ਕਿ ਇਹ ਮੌਸੂਫ ਫਰਮਾ ਰਹੇ ਸੀ ਕਿ ਅਸੀਂ ਕਿਸੇ ਨੂੰ ਅਸੀਂ ਮੁਤਫਿਕ ਹਾਂ ਕਿ ਖਤਮ ਨਬੂਵਤ ਦੇ ਉੱਤੇ। ਇਹ ਹੁੰਦਾ ਦਾਵਾ, ਜਿਹੜਾ ਖੋਖਲੀ ਦਾਵਾ ਹੁੰਦਾ ਹੈ, ਕਿਉਂਕਿ ਇੱਕ ਸਿਆਸੀ ਨਾਰਾ ਲਾਉਂਦੇ ਖਤਮ ਨਬੂਵਤ ਦੇ। ਇਹ ਦਾਅਵੇ ਦੀ ਦਲੀਲ ਕੀ ਹੈ? ਅਮਲੀ ਤੌਰ ਤੇ ਅਹਿਲੇ ਤਸ਼ਯੁ ਆਪਣੇ ਬਾਰਾਂ ਇਮਾਮਾਂ ਨੂੰ ਅਵਲ ਮੁਹੰਮਦ, ਵਸਤ ਵੀ ਮੁਹੰਮਦ, ਆਖਰ ਵੀ ਮੁਹੰਮਦ ਵ ਕੁੱਲੋ ਮੁਹੰਮਦ, ਇਹ ਉਹਨਾਂ ਦਾ ਈਮਾਨ ਦਾ ਹਿੱਸਾ ਹੈ। ਇਹ ਕਹਿੰਦੇ ਨੇ ਕਿ ਉਹਦੇ ਬਾਅਦ ਖਤਮ ਨਬੂਵਤ ਜ਼ਿੰਦਾਬਾਦ। ਵਹਾਬੀ, ਬਰੇਲਵੀ, ਦਿਓਬੰਦੀ ਅੱਜ ਵੀ ਇਹਨਾਂ ਕੋਲ ਹਲਫਨ ਲੈ ਲਓ, ਇਹਨਾਂ ਦੇ ਅਕੀਦੇ ਦੇ ਮੁਤਾਬਕ ਅੱਜ ਵੀ ਕਿਸੇ ਨੂੰ ਇਹ ਸੱਚਾ ਨਬੀ ਸਮਝਦੇ ਨੇ ਕਿ ਨਹੀਂ। ਉਹ ਪਾਕਿਸਤਾਨ ਹੋਵੇ, ਇੰਡੀਆ ਹੋਵੇ, ਕਿਤੇ ਹੋਰ ਹੋਵੇ, ਉਹ ਅਕੀਦਾ ਇਹਨਾਂ ਦਾ ਹੈ ਕਿ ਅੱਜ ਵੀ ਇੱਕ ਸੱਚਾ ਨਬੀ ਮੌਜੂਦ ਹੈ। ਨਾਰਾ ਖਤਮ ਨਬੂਵਤ ਲਾ ਕੇ ਤੋਨਾ ਚਾੜਿਆ ਹੁੰਦਾ, ਉਮਤ ਨੂੰ ਪਿੱਛੇ ਲਾਇਆ ਹੁੰਦਾ, ਜਹਾਲਤ ਦੇ ਖੋਖਲੇ ਨਾਰੇ, ਧੋਖੇਬਾਜ਼ ਨਾਰੇ ਜਿਹਦੀ ਕੋਈ ਹਕੀਕਤ ਨਹੀਂ। ਇਹਨਾਂ ਦੇ ਆਪਣੇ ਅਕਾਇਦ ਉਹਦੀ ਨਫੀ ਕਰਦੇ ਨੇ, ਵਾਜ਼ੇ ਤੌਰ ਤੇ ਨਫੀ ਕਰਦੇ ਨੇ। ਔਰ ਇਹ ਇੱਕ ਵੀ ਨਹੀਂ ਕਹਿ ਸਕਦੇ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਕਹਿ ਗਏ ਅਨਾ ਖਾਤਮੁਨ ਨਬੀय्यीन ਲਾ ਨਬੀ ਆਬਾਦੀ, ਥੋੜੀ ਜੀ ਹਯਾ ਕਰ ਲੈਣ, ਕੋਈ ਇੱਕ ਦਿਨ ਦਾ ਵਕਫਾ ਹੀ ਦੇ ਦੇਣ। ਨਹੀਂ, ਆਪਣੇ ਅਕਾਇਦ ਜਿਹੜੇ ਦਾएं ਬਾएं ਪਤਾ ਨਹੀਂ ਉੱਤੋਂ ਥੱਲੋਂ ਲੈ ਕੇ ਆਏ ਨੇ, ਰਸੂਲ ਦੀ ਗੱਲ ਨੂੰ ਨਹੀਂ ਮੰਨਣਾ ਔਰ ਖੁੱਲੀ ਤੋਹੀਨ ਰਿਸਾਲਤ ਕਰਦੇ ਹੋਏ ਉਹਨਾਂ ਦੀ ਨਾਫਰਮਾਨੀ ਕਰਨੀ ਹੈ ਔਰ ਆਪਣੇ ਅਕਾਇਦ ਦੀ ਦੇਗ ਚਾੜੀ ਰੱਖਣੀ ਔਰ ਫਿਰ ਦਾਵਾ ਕਰਦੇ ਨੇ ਅਸੀਂ ਸਾਰੇ ਖਤਮ ਨਬੂਵਤ ਦੇ। ਉਹ ਕਿੱਥੇ ਬਈ? ਧੋਖਾ, ਫਰੇਬ, ਦਜਲ, ਕੋਈ ਵੀ ਖਤਮ ਨਬੂਵਤ ਦਾ ਇਹਨਾਂ ਦਾ ਅਕੀਦਾ ਨਹੀਂ ਰੱਖਦਾ। ਇਹਨਾਂ 'ਚੋਂ ਹਰ ਇਹ 4 ਜਿਹੜੇ ਫਿਰਕੇ ਨੇ ਸਾਰੇ ਅਜਰਾਏ ਨਬੂਵਤ ਦੇ ਅਕਾਇਦ ਰੱਖਦੇ ਨੇ। ਟੰਡੋਰਾ ਖਤਮ ਨਬੂਵਤ ਦਾ ਭੇਜਦੇ ਨੇ, ਇਤਿਹਾਦ ਦੇ ਬੈਨੁਲ ਕਾਫਰੀਨ। ਮਤਲਬ ਦਾਅਵਾ ਦਲੀਲ ਤੇ ਨਹੀਂ ਹੁੰਦਾ ਨਾ। ਸਭ ਲੋਕਾਂ ਦੀਆਂ ਰੋਟੀਆਂ ਖਤਮੇ ਨਬੂਵਤ ਦੇ ਨਾਮ ਤੇ ਲੱਗੀਆਂ ਨੇ, ਗੁਫ਼ਤਗੂ ਹੋ ਰਹੀ ਹੈ ਬੰਦ ਹੋ ਜਾਂਦੀਆਂ ਨੇ। ਇਹ ਕਿਹੜੀ ਤਰਤੀਬ ਨਾਲ ਗੁਫ਼ਤਗੂ ਕਰਾਈ ਜੇ ਸ਼ੁਰੂ ਆਪਣਾ ਲੀਮ ਸਾਹਿਬ? ਜੀ ਮੈਂ ਨਾ ਤਾਰ ਸਾਹਿਬ ਮੁਕੰਮਲ ਕਰ ਲਿਆ, ਫਿਰ ਤੁਸੀਂ ਗੱਲ ਕਰ ਲਿਓ। ਨਹੀਂ, ਕਿੰਨਾ ਟਾਈਮ ਰੱਖਿਆ ਹੈ? ਮੈਂ ਟਾਈਮ ਤੇ ਨੋਟ ਤਾਰ ਸਾਹਿਬ ਹੋ ਗਈ ਮੁਕੰਮਲ। ਜੀ ਮੈਂ ਇਹੀ ਗੱਲ ਕਰਨੀ ਸੀ ਮੈਂ ਉਹਨਾਂ ਦੇ ਉੱਤੇ। ਮਤਲਬ ਇੱਕ ਪੁਆਇੰਟ ਜਿਹੜਾ ਸੀ, ਮਤਲਬ ਇੱਕ ਜਾਲੀ ਖੋਖਲੇ ਇੱਕ ਸਟੇਟਮੈਂਟ ਦੇ ਦੇਣੀ ਔਰ ਫਿਰ ਇਹ ਯਕੀਨ ਕਰ ਲੈਣਾ ਕਿ ਬਾਅਦ ਦੂਜੇ ਜਿਹੜੇ ਨੇ ਹਾਂਜੀ ਮੁੰਡੀ ਹਿਲਾ ਦੇਣ, ਹਾਂਜੀ ਇਹ ਗੱਲ ਤੇ ਠੀਕ ਹੈ। ਗਲਤ ਗੱਲ ਹੈ, ਝੂਠ ਗੱਲ ਹੈ, ਫਰੇਬ ਗੱਲ ਹੈ, ਮਕਰ ਗੱਲ ਹੈ, ਕੋਈ ਹਕੀਕਤ ਨਹੀਂ। ਕਿਸੇ ਨੇ ਇਹਨੇ ਜੋ ਖਤਮ ਨਬੂਵਤ ਦਾ ਅਕੀਦਾ ਨਹੀਂ ਰੱਖਦੇ। ਸਾਰੇ ਅਜਰਾਏ ਨਬੂਵਤ ਇਹ ਸੱਪ ਪਾਲ ਰੱਖੇ, ਸੱਪ ਵੀ ਨਹੀਂ ਅਜਰਾ ਪਾਲ ਰੱਖੇ। ਲੋ ਜੀ, ਉਹਨਾਂ ਕੋ ਬੰਦਾ ਬੋਲੇ। ਪਹਿਲੀ ਤਾਂ ਗੱਲ ਹੈ ਲੀਮ ਸਾਹਿਬ ਤੁਸੀਂ ਤੱਕ ਹੀ ਲਿਆ, ਇਸ ਬੰਦੇ ਅਸੈਂਬਲੀ ਤੇ ਗੱਲ ਕਰਨੀ ਹੈ ਜਿਹਨੂੰ ਇਹ ਨਹੀਂ ਪਤਾ ਕਿ ਗੱਲ ਅਸੈਂਬਲੀ ਦੇ ਮੌਜੂ ਤੇ ਕਰਨ ਲੱਗੇ ਆ ਕਿ ਅਕੀਦੇ ਦੇ ਮੌਜੂ ਤੇ ਕਰਨ ਲੱਗੇ ਆ। ਅਕੀਦਾ ਖਤਮ ਨਬੂਵਤ ਕਿਹਦਾ ਕੀ ਹੈ ਇਹ ਤਾਂ ਡਿਸਕਸ ਹੀ ਨਹੀਂ ਹੋ ਰਿਹਾ ਇੱਥੇ। ਲੋਕਾਂ ਦਾ ਅਕੀਦਾ ਜਦੋਂ ਬੰਦਾ ਆਪਣੇ ਮੂੰਹ ਨਾਲ ਬਿਆਨ ਕਰੇ ਨਾ, ਉਹਦੀ ਕੋਈ ਬੁਨਿਆਦ ਨਹੀਂ ਹੁੰਦੀ ਹੈ। ਹਕੀਕਤ ਇਹ ਵੇ, ਇਹੋ ਹੀ ਗੱਲ ਡਾਕਟਰ ਉਹ ਨਈਆ ਬਖਤਿਆਰ ਨੇ ਆਖੀ ਸੀ ਅਸੈਂਬਲੀ 'ਚ ਕਿ ਜੋ ਕੁ ਤੁਹਾਡੀਆਂ ਕਿਤਾਬਾਂ 'ਚ ਲਿਖੇ ਆ ਨਾ, ਉਹਨਾਂ ਨੂੰ ਪੜ੍ਹ ਕੇ ਅਸੀਂ ਖੁਦ ਵੀ ਫੈਸਲਾ ਕਰ ਸਕਦੇ ਸਾਂ, ਲੇਕਿਨ ਅਸੀਂ ਤੁਹਾਨੂੰ ਦਾਅਵਤ ਦਿੱਤੀ ਹੈ ਕਿ ਤੁਸੀਂ ਇੱਥੇ ਆ ਕੇ ਆਪਣਾ ਅਕੀਦਾ ਜਾਂ ਜੋ ਕੋਈ ਗੱਲਾਂ ਤੁਹਾਡੀਆਂ ਕਿਤਾਬਾਂ 'ਚ ਲਿਖੀਆਂ ਇਹਨਾਂ ਦੀ ਵਜ਼ਾਹਤ ਕਰ ਲਓ। ਜੋ ਕੋਈ ਤੁਸੀਂ ਵਜ਼ਾਹਤ ਪੇ ਕਰਦੇ ਹੋ, ਨੋਟ ਵੀ ਹੁੰਦੀ ਹੈ, ਰਿਕਾਰਡ ਵੀ ਹੁੰਦੀ ਹੈ। ਜਿੱਥੋਂ ਤੱਕ ਖਤਮੇ ਨਬੂਵਤ ਦੇ ਅਕੀਦੇ ਦੀ ਗੱਲ ਹੈ, ਮਿਰਜ਼ਾਈਆਂ ਦਾ ਜਿਹੜਾ ਅਕੀਦਾ ਖਤਮੇ ਨਬੂਵਤ ਦਾ ਉਹ ਇੰਝ ਦਾ ਹੈ ਕਿ ਜਨਾਬ ਇੱਕ ਨਬੀ ਨੇ ਆਉਣਾ ਸੀ, ਉਹ ਆ ਗਿਆ। ਹੁਣ ਇਸ ਉਮਤ ਵਿੱਚ ਕਤਨ ਕੋਈ ਨਬੀ ਨਹੀਂ ਆ ਸਕਦਾ। ਇਹ ਮਿਰਜ਼ਾ ਸਾਹਿਬ ਦੇ ਤਾਲੇ ਨੇ ਲਿਖਿਆ। ਜ਼ਬਾਨ ਬੰਦ ਕਰ, ਜ਼ਬਾਨ ਬੰਦ ਕਰ, ਖਾਮੋਸ਼ ਹੋ ਜਾ, ਖਾਮੋਸ਼ ਹੋ ਜਾ, ਖਾਮੋਸ਼ ਹੋ ਜਾ ਜੀ ਤਲਤ ਸਾਹਿਬ, ਖਾਮੋਸ਼ ਹੋ ਜਾ, ਵੇ ਪਹਿਲਾਂ ਖਾਮੋਸ਼ ਹੋ ਜਾ। ਸਾਹਿਬ ਇਸ ਬੰਦੇ ਨੂੰ ਚੁੱਪ ਕਰਵਾਓ। ਜਿਹੜੀ ਜ਼ਬਾਨ ਬੋਲੀ ਉਹ ਸੁਣਨ ਵਾਸਤੇ ਤਿਆਰ ਰਵੀਦਾ ਹੈ। ਜਿਹੜੀ ਲੈਂਗੁਏਜ ਬੋਲੀ ਹੈ ਨਾ ਉਹ ਸੁਣਨ ਵਾਸਤੇ ਤਿਆਰ ਰਵੀਦਾ ਹੈ, ਹੌਸਲਾ ਰੱਖੀਦਾ ਹੈ। अपना साडा खामोश मैं पहना खामोश हो जाता नजीर साहब प्लीज टू द पॉइंट बात करें जी, बात करें। मैं टू द पॉइंट नहीं बात कर रहा। अभी करें ना, अभी आप उल्टी तरफ चले गए थे, आप अभी करें। नहीं तो तार अमजद साहब किस तरफ गए थे? जनाब,
آپ کو حاجہ صاحب اب میں آگے ہوں نا، آپ نہ بولیں اب، اور نہیں کوئی بیچ میں بولے گا جی. آپ نے ان کی گفتگو سنی نہیں ہے. اسمبلی پر ایک لفظ نہیں انہوں نے موصوف نے بولا جو اسمبلی پر بات کرنے آئے ہیں. وہ ختم نبوت کی بات کر رہے ہیں. اگر کوئی بندہ آپ پر الزام لگاتا ہے کہ آپ ختم نبوت کے عقیدے کے قائل نہیں ہیں، آپ کسی شخص کو نبی مانتے ہیں، آپ سے پوچھا جائے گا. اگر آپ کہیں گے کہ ہم ختم نبوت کے عقیدے کے قائل ہیں، ہم کسی شخص کو نبی نہیں مانتے، آپ کے سامنے وہ عبارت رکھی جائے گی کہ بھئی یہ عبارت آپ کے بزرگوں نے لکھی ہے، یا آپ اس کی تعویل کوئی درست کریں گے یا آپ اس سے جان چھڑائیں گے کہ بھئی ہم اس بزرگ کے پابند نہیں ہیں، انہوں نے غلط لکھی ہے. دو ہی طریقے ہوتے ہیں. اگر آپ خود کہتے ہیں کہ ہاں میں ختم نبوت کے عقیدے کا قائل نہیں ہوں، میں اجرائے نبوت کے عقیدے کا قائل ہوں، میں فلاں بندے کو نبی مانتا ہوں، تو فتویٰ لگتا ہے، تو فیصلہ کیا جاتا ہے. لوگوں کے عقیدے خود بیان کرنے سے کہ یہ سارے ایک نبی کے آنے کے قائل ہیں، 4 نبیوں کے آنے کے قائل ہیں، یہ سارے اجرائے نبوت کے قائل ہیں، ایسے بات نہیں ہوتی. اس کا کوئی سیر پیر نہیں ہوتا. مسلم امت میں سے کوئی ایک فرقہ بھی، کوئی ایک مکتبہ فکر بھی قطعاً اجرائے نبوت کا قائل نہیں ہے. سارے ختم نبوت کے قائل ہیں. جتنی بات انہوں نے کی ہے ساری غلط بات کی ہے. لیکن بہرحال آپ کو وہاں پر بتا کر دنیاوی لحاظ سے یہ جو فیصلہ ہوا نا اسمبلی میں، دن کے وقت بھی کہہ رہا تھا اسٹیریل صاحب کو کہ یہ جو فیصلہ ہوا ہے یہ ملت اسلامیہ کے بارے میں فیصلہ ہوا ہے کہ آپ اس ملت اسلامیہ کا حصہ نہیں ہیں. اب ملت اسلامیہ کا حصہ اپنے زبردستی نہیں بننا. یہ ایک مادی وجود ہے ملت اسلامیہ کا، اس کا آپ حصہ نہیں. وہ کہتے ہیں اگر عقیدے کے لحاظ سے کوئی بندہ آپ کا فیصلہ کرتا ہے تو آپ کا عقیدہ تو اللہ کے ساتھ ہے ڈائریکٹ. آپ کہیں بھی جو مرضی تم میرے عقیدے کا فیصلہ کرتے رہو، میں جانوں میرا رب جانے. کوئی بندہ آپ کو زبردستی کچھ نہیں کر سکتا. اصل بات یہی ہوتی ہے جو دنیاوی معاملات ہوتے ہیں، دنیاوی فیصلے ہوتے ہیں، یہ دنیا کے لیے ہوتے ہیں. بھئی آپ اس ملت اسلامیہ کا جو پولیٹیکل سٹیٹس ہے یا جو بھی اس کا مادی وجود ہے، اس کا آپ حصہ نہیں ہے. یہ ہے وہ بات. تو اس پر اسمبلی پر اگر بات کرنے کے لیے آپ کے پاس کوئی بات ہے یا کوئی بندہ ہے تو اس کو لائیں. جی امین عزیز صاحب بہت شکریہ، بہت شکریہ، بہت شکریہ، بہت شکریہ، آپ کا مفہوم آ گیا. جی طاہر امجد صاحب آپ بات کرنا چاہتے ہیں؟ جی بالکل. میں لیکن دونوں سے التماس پہلے سن لیں، غیر پارلیمانی لفظ دونوں نہ استعمال کریں، اپنے لیے بھی اور کسی کے لیے بھی پلیز. جو بھی لفظ بولا جائے گا اس کا جواب دیا جائے گا. امین عزیز صاحب آپ دونوں کے دیا جائے گا، جیسے کیا جائے گا اسے 1,24,000 سے بڑھ کر دیا جائے گا. کوئی غلط فہمی میں رعایت اور چپ. اچھا میری بات میں یہ وہابی غلاظت نہ بولے یار، میری التماس ہے آپ کے ساتھ سے. جب میں بات کر رہا ہوں، جب مجھے دعوت دی جائے تو یہ وہابی غلاظت بیچ میں نہ بولے، اس سے بدبو آتی ہے. علیم بھائی یہ ہمیشہ بیچ میں مداخلت کرتا ہے اور مجھے ڈسٹرب کرتا ہے. میں اس وہابی غلاظت کو بیچ میں نہیں دیکھنا چاہتا. میرے وسطوں بار اپنے آپ سمجھتا ہے کہ میں بڑا بتونی ہوں. 2 شعر یاد میں نے دیکھیے میں نے تھوڑی دیر نہ پھر طلعت صاحب تسی ایک دفعہ بول لو 1-2 منٹ پھر دوبارہ غصہ ٹھنڈا ہو جائے گا دونوں دوستاں دا. جی بات یہ ہے، اس کے بعد جو بات ابھی تک ہو چکی، اب کسی سے کوئی گنجائش نہیں کی جائے گی. کوئی احمدی ہے، غیر احمدی ہے، جو غیر پارلیمانی لفظ بولے گا اسے نیچے اتار دیا جائے گا. اگر کوئی کسی کے پاس علم ہے، اس کی سب سے بڑی یہ نشانی ہے کہ اخلاق اس کے پاس ہونا چاہیے. مخالفت وہ ہمارے مخالف ہیں، ہم ان کے مخالف، لیکن ادب اور احترام کے دائرے کو دونوں بھائی نہ چھوڑیں. اور اتنے بندے دیکھ رہے ہیں، سن رہے ہیں، آپ کو اچھی طریقے سے بات کریں، ہمیں بھی اور انہیں بھی علم ملے. یہ گالی گلوچ، یہ اس طرح کی زبان تن دوں گا، وڑ دوں گا، نکل دوں گا، وابی مل رہی ان الفاظ سے. طلعت صاحب یہ عجیب مخمصہ ہے کہ میں جب بھی بولنے لگتا ہوں آپ کی اجازت سے، آپ کی ہدایت پر، اور جب آپ کا اشارہ ہوتا ہے، یہ جو ہوسٹ کا اشارہ ہوتا ہے چپ کرنے کا، میں فوراً مائک میوٹ کر دیتا ہوں. لیکن یہ کیا مرض ہے، ایک ذہنی صورتحال سے کوئی دوچار ہے کہ جب مجھے موقع ملتا ہے میں بولنے لگتا ہوں تو بیچ میں مداخلت کی جاتی ہے اور توقع یہ رکھی جاتی ہے کہ میں ایسی بدتمیزی کو خوش دلی سے برداشت کروں، اپنا کوئی باربط گفتگو نہ کر سکوں اور یہ مسلسل ڈھنڈورا پیٹتے رہیں. میں تو اس چیز کی اجازت نہیں دے سکتا نا. ہاں جو جھوٹا الزام لگاتا ہے، صبح شام بہتان باندھتا ہے، میں یہ کہتا ہوں اگر میں ان پر بہتان باندھتا ہوں
تو مجھے اپنی فکر کرنی چاہیے. اگر یہ صبح شام یہ کہتا ہے یہ شراب پی کر آ گیا ہے, یہ نشہ, میں اس وقت کام کر رہا ہوں, رائٹ, اچھا میں اس کو صفائیاں دیتا پھروں, یہ خود ثابت کرتا ہے کہ یہ جھوٹ بول رہے ہیں, یہ بہتان لگا رہے ہیں, اور یہ جانتے ہوئے بھی کہ لعنت اللہ علی الکاذبین. اس سے آگے میں کچھ نہیں کہنا چاہتا. اگر یہ اپنے بد رویوں کے مقابل پر مجھ سے اچھے رویے کی توقع رکھتے ہیں تو یہ ان کی حماقت ہے, ان کی جہالت ہے, ان کی کم فہمی ہے, خوش فہمی ہے. اس کو میں یکسر واضح طور پر اس کو مذمت کرتا ہوں, اس کی نفی کرتا ہوں. میں کہتا ہوں کہ رعایتی گفتگو ختم شد. ہاں کسی دن بھی یہ بہتر رویے کا مظاہرہ کریں, ان سے بہتر رویہ کیا جائے گا. لیکن اگر یہ اپنی چرب زبانی سے, بہتان تراشی سے, جھوٹ, افتراء اور کذب سے مجھے مروب کرنے کی کوشش کریں گے تو میرے یہ سامنے جوتی ہے, اور جوتی کے نیچے شاید کوئی تھوڑی سی خاک بھی ہو, اس کو بھی پرواہ نہیں کہ یہ کون بول رہا ہے. ہاں اگر انکساری سے انسانوں کی طرح بات کریں تو ہر انسان کی عزت کرنا میں لازم بھی سمجھتا ہوں اور اپنے لیے ضروری بھی سمجھتا ہوں, اور میری تربیت کا تقاضا بھی یہ ہے. لیکن کوئی بدتمیز, بد زبان, بد کلام, گالی باز, شاتم مجھے مروب کر سکے, یہ ہرگز مجھے گوارا نہیں. جزاک اللہ. میں آپ کو واپس کرتا ہوں مائک. لیکن دونوں طرف سے, عامر صاحب پلیز ایک منٹ. عامر صاحب شروع آج آپ کی طرف سے ہوا تھا, آپ چیخ کر مرزیہ کر رہے تھے, مرزیت میں یہ آپ لفظ روٹی کھانے گئے تھے اس وقت یا باتھ روم گئے تھے جب یہ وہابی کر رہے تھے پیچھے سے؟ آپ روٹی کھانے گئے تھے طلعت صاحب, آپ اوے تھے. میں کبھی بھی پہل نہیں کرتا, آپ کو میرے طبیعت کا پتہ نہیں ہے. ابھی بھی میں نے کہا ہے کہ جو لفظ انہوں نے بولے ہیں میں وہی لوٹانے لگا ہوں. عامر صاحب تھوڑے آپ دونوں کی بات نہیں ہو سکتی ہے, خواہ آگے جانے کا فائدہ نہیں ہے. حالات واقعات آپ کو بھی پتہ ہے, انہیں بھی پتہ اور ہمیں بھی پتہ ہے. آپ دونوں بھائیوں کی بات نہیں ہو سکتی, میں اس میں نہیں ہوں کہ آپ بات کریں. لیکن عامر بھائی آج میں آپ کو ایک چیلنج کرتا ہوں, کل کر لیں, آپ کوئی بھی ٹائم رکھ لیں, اسمبلی کی جو کاروائی ہوئی ہے اس کو چھوڑ دیں. آپ نے یہ پروف دینا ہے قرآن حدیث سے, اور اسمبلی کی جو کاروائی ادھر ہوئی تھی, ہم ادھر اپنی براڈ پر اسمبلی بنا لیں گے. 3 بندے آپ لے آئیں, 3 بندے ہم لے آئیں, لیکن ادب, احترام, اخلاق کا دائرہ, اور بیچ میں جو بولے گا اسے نیچے اتار دیا جائے. بے شک کوئی اوپر سے یہ فرماتا رہے اس کو اٹھا لو, نہیں اٹھایا جائے گا. اگر آپ کو یہ شرائط موجود ہیں تو آپ ثابت کر دیں, تو اسمبلی کی کاروائی اتنی بن جائے گی. بھائی واقعی انہوں نے ٹھیک کرا دیا تھا قرآن حدیث سے کہ ہم کافر ہیں, اور ہم آپ کو پروف دیں گے کہ ہم آپ کو عقلی دلائل دیں گے. اسمبلی اتنے ہی بن جانی ہے. وہاں کیا ہوا تھا کہ وہ علم, سنے پلیز ایک منٹ, وہ علم ابھی دنیا سے فنش نہیں ہو گیا کہ اسمبلی میں یہ علم ہوا تھا, یہاں علم نہیں ہے. ماشاءاللہ آج اس سے زیادہ لوگوں کے پاس, آپ لوگوں کے پاس, آپ کے علماء کے پاس علم ہے, اور ہمارے پاس بھی ان جیسا علم تو ہے. ہم بھی احمدی بھائی ہیں سارے. تو میں آپ کو یہ چیلنج کرتا ہوں, آج آپ آ جاؤ, 2 بندے جو آپ ایسے جو نہ آپ میں سے ہوں نہ ہم میں سے ہوں, اگر قبول کر لیں کہ وہ انصاف کر دیں اور فیصلہ کر دیں کہ آپ کی بات ٹھیک ہے یا ہماری, کیونکہ 2 بندوں کے درمیان جب بھی ہوتی ہے بحث ہوتی ہے, اس کا کوئی نتیجہ نہیں نکلتا ہمیشہ سے. تو پھر بھی ملک صاحب میرا ایک سوال ہے سی ٹیکنیکل گل کسی اور بندہ پاسے بولے چلی ہے, پھر ہوسٹ بولے ہیں, ہن طارق صاحب کہندے نے میرا بھی سوال ہے. میں نے اللہ لے میری عرض سن لو, تہاڈے نال سویرے بھی گل ہوئی سی. میری عرض ایک صرف ٹیکنیکل سوال میں راجا صاحب نے, کیونکہ انہاں دا تعلق جو ہے لا نال, میرا ٹیکنیکل سوال سی کہ ایک دعویٰ ہوندا ہے, ایک جواب دعویٰ ہوندا ہے, پھر اس تو بعد فیصلہ ہوندا ہے. آخر وہ کیڑی مجبوری سی جہدے تحت, میرا سوال اتھے جواب نہ کدی آیا تے نہ آنا ہے, کہ وہ کیڑی مجبوری سی کہ اتھے دعویٰ بھی حاضر ہے. تحریک التوا جڑی حزب اختلاف والوں داخل ہوئی, تحریک التوا جڑی سرکاری بینچ والوں داخل ہوئی, اور جماعت والوں جڑا موقف تحریری صورت پیش کیتا گیا وہ غائب, تے اگوں پتہ نہیں کنے ہزار صفحے دا جڑا وہ فیصلہ. ایک کیڑی مجبوری ہے کہ جہدے تحت وہ جڑا محضر نامہ ہے, جڑا جواب دعویٰ ہے جماعت دا, وہ غائب ہے مثل میں دسنا یار. راجہ صاحب قانون دان نے, اور دس دے تسی. میں دسنا راجہ صاحب تو زیادہ منوں پتہ ہے. اچھا تانوں پتہ ہے, ٹھیک ہے فرماؤ. اور بھی کسی بندے سوال کرنا ہے؟
ਤਰੇ ਹੋ ਗਏ ਤੁਸੀਂ। ਉਹ ਯਾਰ ਇਸ ਸਵਾਲ ਨੂੰ ਤੇ ਐਡਰੈਸ ਕਰ ਲਓ। ਤੁਹਾਡੇ ਇਸ ਸਵਾਲ ਨੂੰ ਪਹਿਲਾਂ ਐਡਰੈਸ ਕਰ ਲੈਣੇ ਆ, ਪਹਿਲਾਂ ਤੁਸੀਂ ਤਪਦੀ ਚਲਵਾ ਲਓ। ਗੁਜ਼ਾਰਿਸ਼ ਹੈ ਤਾਰਕ ਸਾਹਿਬ, ਜਿਹੜਾ ਮਹਿਜ਼ਰਨਾਮਾ ਹੈ ਨਾ, ਤੁਸਾਂ ਨਹੀਂ ਪੜ੍ਹਿਆ, ਅਸਾਂ ਪੜ੍ਹਿਆ ਹੈ। ਮਹਿਜ਼ਰਨਾਮੇ ਦੇ ਵਿੱਚ ਜੋ ਕੋਈ ਤੁਸੀਂ ਅਸੈਂਬਲੀ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਕੇ ਆਏ ਹੋ ਨਾ, ਉਹਨਾਂ ਦੀ ਤਫਸੀਲ ਲਿਖੀ ਹੈ। ਮਸਲਨ ਖਤਮੇ ਨਬੂਵਤ ਤੇ ਕੋਈ ਮੌਜੂ ਤੇ ਗੱਲ ਹੋਈ ਹੈ ਤੇ ਨਾਲ ਕਿਤਾਬ ਉਹਦੇ ਚਸਪਾਂ ਕਰ ਦਿੱਤੀ ਹੈ, ਉਹ ਸਟੈਪਲ ਕਰਕੇ ਨਾਲ ਇੱਕ ਕਿਤਾਬ ਲਾ ਦਿੱਤੀ ਹੈ। ਅਯਾਤੋ ਫਾਤੇ ਮਸੀਹ ਦੇ ਮੌਜੂ ਤੇ ਲੰਮਾ ਚੌੜਾ ਨਾਲ ਉਹ ਲਿਟਰੇਚਰ ਛਾਪ ਦਿੱਤਾ ਹੈ, ਉਹਦੇ ਨਾਲ ਅਟੈਚ ਕਰ ਦਿੱਤਾ ਹੈ। ਭਾਈ मोहतरम, ਮਹਿਜ਼ਰਨਾਮਾ ਅਗਰ ਤੁਹਾਡਾ ਸ਼ਾਮਲੇ ਕਾਰਵਾਈ ਨਹੀਂ ਨਾ ਕੀਤਾ ਗਿਆ ਤੇ ਦੂਜੀ ਪਾਰਟੀ ਦਾ ਵੀ ਨਹੀਂ ਕੀਤਾ ਗਿਆ। ਗੌਸ ਬਖਸ਼ ਹਜ਼ਾਰਵੀ ਨੇ ਵੀ ਦਿੱਤਾ ਸੀ ਮਹਿਜ਼ਰਨਾਮਾ, ਨਾਲ ਉਹਨਾਂ ਦਾ ਵੀ ਨਹੀਂ ਅਸੈਂਬਲੀ ਦੀ ਕਾਰਵਾਈ ਦਾ ਹਿੱਸਾ ਬਣਿਆ। ਕਿਉਂਕਿ ਅਸੈਂਬਲੀ ਦੀ ਕਾਰਵਾਈ ਦੇ ਵਿੱਚ ਸਿਰਫ ਸਵਾਲ ਔਰ ਜਵਾਬ ਨੇ ਕਿ ਯਾਹਿਆ ਬਖਤਿਆਰ ਨੇ ਤੁਹਾਡੇ ਖਲੀਫਾ ਸਾਹਿਬ ਨੂੰ ਕੀ ਸਵਾਲ ਕੀਤੇ ਤੇ ਉਹਨਾਂ ਕੀ ਜਵਾਬ ਦਿੱਤੇ, ਅਕੀਦੇ ਦੇ ਬਾਰੇ, ਗੁਸਤਾਖੀਆਂ ਦੇ ਬਾਰੇ, ਤਕਫੀਰ ਦੇ ਬਾਰੇ, ਜਾਂ ਬਾਕੀ ਲਿਟਰੇਚਰ ਦੇ ਵਿੱਚ ਜੋ ਜੋ ਕੋਈ ਤੁਹਾਡੇ 'ਚ ਲਿਖਿਆ ਹੈ। ਉਹਨਾਂ ਦੀਆਂ ਜਿਹੜੀਆਂ ਦਲੀਲਾਂ ਨੇ, ਜਿਨ੍ਹਾਂ ਦੀ ਬੜੀ ਲੰਮੀ ਲੰਮੀ ਤਫਸੀਲ ਹੈ ਕਿ ਵੇਖੋ ਜੀ ਖਤਮੇ ਨਬੂਵਤ ਦੀ ਉਹ ਫਲਾਣੇ ਮੌਲਵੀ ਨੇ, ਫਲਾਣੇ ਆਲਮ ਨੇ ਇਹ ਲਿਖਿਆ, ਉਹ ਲੁਗਤ ਵਿੱਚ ਹੈ, ਇਹ ਫਲਾਣਾ ਹੈ, ਉਹ ਜਿਹੜੀ ਤਫਸੀਲ ਹੈ ਉਹ ਤੁਸੀਂ ਮਹਿਜ਼ਰਨਾਮੇ 'ਚ ਲਿਖ ਕੇ ਦਿੱਤੀ ਹੈ। ਉਹ ਅਗਰ ਤੁਹਾਡੀ ਨਾਲ ਲਾਂਦੇ ਤੇ ਗੌਸ ਬਖਸ਼ ਹਜ਼ਾਰਵੀ ਹੋਰਾਂ ਦੀ ਵੀ ਲਾਂਦੇ ਤੇ ਉਹ ਅਸੈਂਬਲੀ ਦੀ ਕਾਰਵਾਈ ਹੋ ਸਕਦਾ ਕੋਈ 50,000 ਸਫੇ ਦੀ ਹੁੰਦੀ, ਉਹ ਪੜ੍ਹ ਹੀ ਕੋਈ ਨਾ ਸਕਦਾ। ਹੁਣ ਅਸੈਂਬਲੀ ਦੀ ਕਾਰਵਾਈ 3000 ਤੋਂ ਥੋੜੇ ਜਿਹੇ ਜ਼ਿਆਦਾ ਸਫੇ ਨੇ, 200-300 ਸਫਾ, 3000 ਤੋਂ ਅਬਵ ਸਫੇ ਨੇ, ਇਹ ਪੜ੍ਹੀ ਜਾ ਸਕਦੀ ਹੈ ਤੇ ਜਿਨ੍ਹਾਂ ਨੂੰ ਅੱਲਾਹ ਤੌਫੀਕ ਦਿੱਤੀ ਉਹਨਾਂ ਪੜ੍ਹੀ ਹੈ। ਅੱਛਾ, ਦੂਸਰੀ ਗੱਲ ਇਹ ਵੇ ਕਿ ਅਸੈਂਬਲੀ ਦੇ ਵਿੱਚ ਸਵਾਲ ਜਵਾਬ ਕੁਰਾਨ ਔਰ ਹਦੀਸ ਨੂੰ ਰੱਖ ਕੇ, ਜਿਸ ਤਰ੍ਹਾਂ ਤਲਤ ਸਾਹਿਬ ਇੱਥੇ बाजू खड़ा करके आते हैं ना, कुरान करीम में कोई एक आयत भी नहीं है ख़त्म नबूवत की, एक आयत भी नहीं है जिससे ये पता चलता हो कि नबी पाक सल्लल्लाहु अलैहि वसल्लम के बाद नबी कोई नहीं आएगा। ये सवाल जो अब नहीं हुए, मुनाजरा नहीं हुआ, वहाँ पर सिर्फ और सिर्फ आपसे पूछा गया है कि आपका मौक़िफ़ इस अकीदे पर है क्या। अकीदा किसी ने साबित वहाँ पे नहीं करना था, सिर्फ पूछा गया है। आपको ये नहीं पता कि असम्बली में बात हुई क्या है। ये जो अकायद है और ये जो दलाइल हैं, जिस तरह तल्ला साहब अभी कर रहे हैं, यार मैनू गल कर लें दो, 3 बंदे बोल चुके, थके नहीं तुसी, और चौथा ने मैं भी बोलना है, इन्हू खामोश करा हटो। मैं ये अर्ज कर रहा हूँ कि जिस तरह तल्लत साहब चैलेंज कर रहे हैं ना कि 3 बंदे आपके हो जाएं, 3 बंदे हमारे हो जाएं, और फिर उत्थे ही गल साडी पातशाह साडा उत्थे ही है केड़ा कि कुरान और हदीस से आप ये साबित कर दें, वही अकीदे साबित कर दें। आप साबित करते रहे, हम ना करते रहेंगे। वही असम्बली की कार्रवाई में ये हुआ ही नहीं जो कुछ आप समझ रहे हैं कि कुरान और हदीस को खोल के वहाँ पर ख़त्म नबूवत का अकीदा साबित करने के लिए कहा गया, या उसकी तरदीद करने के लिए, इनकार करने के लिए, दलाइल पेश करने के लिए कोई मुनाजरा हुआ। इस तरह की बात नहीं हुई है। झूठा कर रहे हैं, बिल्कुल झूठ बोल रहे हैं। लेकिन यार तल्ला साहब ते लीम साहब, जिस वेले मैं अगो ਇਹੋ ਜਿਹੇ ਬੰਦੇ ਨੂੰ ਮੂੰਹ ਤੋੜ ਜਵਾਬ ਦੇਣਾ कि झूठे तुसी हो सारे, कि तू झूठे हो के आए हो, तो फिर तुसी आंदे हो भी नहीं नहीं दोनों भाई आराम से बात करें, आराम से बात करें। तो पहला नहीं पता लगता बंदा बदतमीजी पे करता है। जी तुसी हुण कहानी सुनाई जाओगे तो चुप करके बंद करके अपने। देखें, बात यह है कि उनकी बात मुकम्मल होने दें, ये अखलाकी तकाजा ये है, हमने उन्हें टाइम दिया है, उनकी बात मुकम्मल हो जाती है, फिर आप बोले हम उन्हें नहीं बोलने देंगे। प्लीज 3 बंदे बोले ने, कम से कम 2-2 मिनट बोले ने, 6-7 मिनट बोले ने। मेरी 2-3 मिनट भी गल नहीं होती तो मगर लाला लाला हो जाती शुरू। और सर पूरी कर ली है, नहीं तो कर लो 4 मिनट 1.5 ला लो। ना सुनाओ। मैं 2-3 मिनट च कर ली, लम्मी होगी तो मैं बस कर देना वा। तुसीं 6-7 मिनट गल कीती है त्रओ ने, तो मैं 2-3 मिनट च खत्म कर लेना वा। मैं भाईजान 1.5 मिनट मसे गल की, मेरा 1.5 ਅਸੀਂ मिनट ਕੱਲਿਆਂ 1.5 ਮਿੰਟ ਕੀਤੀ, ਤੁਸੀਂ त्रओ ਸਾਥੀਆਂ ਗੱਲ ਕੀਤੀ, ਤੁਸੀਂ यार ਦੋਏ ਵੀ ਧੱਕੇ। इतनी देर विच उन्हां दी गल पूरी हो जानी सी। मैं ही अर्ज करन लगा बस आखिरी गल है तल्लत साहब कि अगर तुसी असैंबली की कार्रवाई के उत्ते गल करनी होवे, जो जो कुछ सवाल जवाब असैंबली दे विच होए ने, ओही सवाल जवाब इत्थे फिर कर लेने एक दूजे नूं, इत्थे असैंबली ला लेने, सेम उन्हां सवालां दे जवाब दोहराए जाणगे। अगर तुसी समझदे हो कि कार्रवाई दे विच कोई तफसील नहीं बयान होई, कोई हेरा फेरी होई है, साडी नामुकम्मल कार्रवाई है, ਜਿਹੜੇ ਸਵਾਲ ਯਾਹਿਆ ਬਖਤਿਆਰ ਕੀਤੇ ਸਨ ਉਹ ਮੈਂ ਤੁਹਾਡੇ ਤੋਂ ਕਰਨਾ, ਤੁਸੀਂ ਜਵਾਬ ਨਵਾਂ ਦੇ ਲਓ। ਜੋ ਕੋਈ ਜਵਾਬ ਉੱਥੇ ਦੇ ਕੇ ਆਏ ਉਹਨੂੰ ਬਿਹਤਰ ਜਵਾਬ ਦੇ ਲਓ, ਤੁਹਾਡੇ ਕੋਲ ਚਾਂਸ ਹੈ। ਇਹ ਜਿਹੜਾ ਸਵਾਲ ਹੈ ਜਿਹੜਾ ਇੱਥੇ ਫਿਰਦਾ ਸੀ ਪਿਆ ਅੱਗੇ ਕਿ ਜੀ ਕੋਈ ਮੁਲਕ ਦੀ ਅਸੈਂਬਲੀ ਕਿਸੇ ਦੀ ਫੈਸਲਾ ਕਰ ਸਕਦੀ ਹੈ ਕਿ ਇਹ ਜਿਹੜਾ ਮਿਲਤ ਇਸਲਾਮੀਆ ਦਾ ਹਿੱਸਾ ਨਹੀਂ। ਜਿਸ ਤਰ੍ਹਾਂ ਰਾਜਾ ਸਾਹਿਬ ਨੇ ਕਿਹਾ, ਪਹਿਲਾ ਸਵਾਲ ਹੀ ਇਹ ਪੁੱਛਿਆ ਗਿਆ ਉੱਥੇ
ਇਹ ਪੁੱਛ ਕੇ ਵੇਖਿਓ, ਤੁਸੀਂ ਇਹ ਸਮਝੋ ਕਿ ਮੈਂ ਯਾਹਿਆ ਬਖਤਿਆਰ ਹਾਂ ਤੇ ਮੈਨੂੰ ਇਹ ਸਵਾਲ ਪੁੱਛੋ ਤੇ ਮੈਂ ਜਵਾਬ ਦੇਣਾ ਵਾ। ਜੋ ਜਵਾਬ ਉਹਨੇ ਦਿੱਤਾ ਸੀ ਯਾਹਿਆ बख्तियार ने, मैं तो जवाब आमिर देना। नजीर साहब, देख लियो हालात अपने देख लियो। आमिर साहब प्लीज, अभी आप किसी और तरफ निकल गए हैं, आपका मौकफ आ गया, लेकिन बात सुन लें। हम आपको ये चैलेंज कर रहे हैं कि असेंबली इधर बना लो, आप अपने सवाल रखो, जो मर्जी है रखो, आला से आला। हम अपने सवाल रखेंगे, हम अपने जवाब देंगे, आप अपने जवाब दो। उनसे अगर ये साबित हो जाए कि हम काफिर हैं या हम मुसलमान नहीं हैं, तो फिर सामने आ जाएगी बात। आप कहते हैं जो असेंबली में जो, तो आपके सामने जो हाथ में आपने पकड़ा हुआ पेपर वही आपने बात करनी। हम कह रहे हैं कि आपकी हिम्मत है, इससे और आला से आला सवाल उठाओ, और हम आपको आला से आला सवाल भी उठाएंगे, आप पर जवाब भी देंगे। असेंबली बना लो इधर, सबको पता चल जाएगा भाई वहाँ पर झूठा खा मखा किसी मुसलमान को एक काफिर करार दिया गया, या वाकई ये ठीक हुआ है कि अल्लाह और अल्लाह के रसूल ने इन शराइत में जो हमारे ऊपर आप लगाते हैं या हम मानते हैं, इनके ऊपर कोई फिरका किसी को काफिर करार दे सकता है? आप अपने सबूत दें, कुरान से, हदीस से, हम अपने सबूत देंगे। आए बात करें। मलिक साहब एक मिनट 1.5 मिनट में दिव्या है, आप बात कर गुजारिश लें। ये है, हाँ जी, गुजारिश ये है कि अगे तुहानू 3-4 सुनाए ने। एक ਇਹਨਾਂ ਦਾ ਬਰਤਾਨੀਆ 'ਚ ਪਾਕਿਸਤਾਨ ਦਾ ਹਾਈ ਕਮਿਸ਼ਨਰ ਸੀ ਵਾਜਿਦ ਸ਼ਮਸੁਲ ਹਸਨ ਸਾਹਿਬ, ਉਹ ਜਮਾਤ ਅਹਿਮਦੀਆ ਦੀ ਕਾਨਫਰੰਸ ਵਿੱਚ ਆਏ, ਉਹਦੇ 'ਚ ਉਹਨਾਂ ਵੀ ਬਿਆਨ ਕੀਤਾ ਕਿ ਇਹ ਸਾਡਾ ਇੰਤਹਾਈ ਗਲਤ ਫੈਸਲਾ ਸੀ। ਲੇਕਿਨ ਮੈਂ ਇਹ ਆਮਿਰ ਨਜ਼ੀਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ 74 ਤੱਕ ਜਮਾਤ ਅਹਿਮਦੀਆ ਨੂੰ ਕੋਈ ਮਸਲਾ ਉੱਥੇ ਨਹੀਂ ਸੀ, ਜਾਂ ਸਾਡੇ ਕੋਲੋਂ ਦੂਸਰਿਆਂ ਨੂੰ ਕੋਈ ਖਾਸ ਮਸਲਾ ਨਹੀਂ ਸੀ। ਇੱਕ ਬਲਵਾ ਕਰਵਾਇਆ ਗਿਆ, ਉਹਦੀ ਜਵਾਬੀ ਕਾਰਵਾਈ ਦੇ ਤਹਿਤ ਇਹ ਕਾਰਵਾਈ ਅਸੈਂਬਲੀ 'ਚ ਗਈ। ਲੇਕਿਨ ਉਹ ਕਿਹੜੀ ਮਜਬੂਰੀ ਸੀ ਜਿਹੜਾ 1973 ਦੀ ਇਸਲਾਮਿਕ ਸੀਰਤ ਕਾਨਫਰੰਸ ਤੋਂ ਬਾਅਦ ਇਹ ਮਸਲਾ ਆਲਮ ਇਸਲਾਮ ਨੂੰ ਥਰੂ ਗੌਰਮੈਂਟ ਆਫ ਪਾਕਿਸਤਾਨ ਪੇਸ਼ ਆ ਗਿਆ ਕਿ ਇਹ ਕੰਮ ਇਹਨਾਂ ਦਾ ਪਤਾ ਕੱਟੋ, ਤਾਂ ਕਿ ਜਿਹੜਾ ਨਾ ਇਹ ਖਤਮ ਨਬੂਵਤ ਦਾ ਖਤਰਾ ਜਿਹੜਾ ਉਹ ਹਮੇਸ਼ਾ ਵਾਸਤੇ ਖਤਮ ਹੋਏ। ਉਹ 73 ਦੀ ਇਸ ਕਾਨਫਰੰਸ ਤੋਂ ਬਾਅਦ ਕਿਹੜੀ ਮਜਬੂਰੀ ਸੀ? ਫਿਰ ਅਗਲੀ ਗੱਲ ਅਗਲੀ ਟਰਮ 'ਚ ਕਰ ਲਾਂਗਾ, ਮੈਂ ਛੋਟੀ ਗੱਲ ਕਰਨਾ। ਮੁਖਤਸਰ ਗੱਲ ਇਹ ਹੈ ਤਾਰਕ ਸਾਹਿਬ ਕਿ ਇਹ 74 ਦੇ ਵਿੱਚ ਜਿਹੜਾ ਰਬਵੇ ਸਟੇਸ਼ਨ ਦੇ ਉੱਤੇ ਵਾਕਿਆ ਹੋਇਆ ਹੈ, ਉਹ ਇਹਦੀ ਬੁਨਿਆਦ ਨਹੀਂ ਸੀ ਹੈ। ਇਹਦੀ ਬੁਨਿਆਦ 53 ਤੋਂ ਵੀ ਪਹਿਲਾਂ ਪੈ ਗਈ। 47 'ਚ ਪਾਕਿਸਤਾਨ ਬਣਿਆ, ਉਹਦੇ 4-5 ਸਾਲ ਬਾਅਦ ਹੀ ਇਹਦੀ ਬੁਨਿਆਦ ਪੈ ਗਈ ਸੀ। ਤੇ ਜਿਹੜਾ ਮਨੀਰ ਇਨਕੁਆਇਰੀ ਕਮਿਸ਼ਨ ਬਣਿਆ ਸੀ 1953 'ਚ, ਉਹਦੇ ਵਿੱਚ ਵੀ ਇਹ ਫੈਸਲਾ ਕਰਨ ਲੱਗੇ ਸੀ, ਲੇਕਿਨ ਜ਼ਾਹਿਰ ਹੈ ਕਿ ਉਹ ਆਥੋਰਾਈਜ਼ ਨਹੀਂ ਸੀ ਹੈ। ਯਕ ਰੁਕਨੀ ਉਹ ਬੈਂਚ ਸੀ ਜੱਜ, ਤੇ ਉਹ ਕਿਸ ਤਰ੍ਹਾਂ ਫੈਸਲਾ ਕਰ ਸਕਦਾ ਸੀ ਪੂਰੇ ਇੱਕ ਕਮਿਊਨਿਟੀ ਦਾ। ਲੇਕਿਨ ਇਹਦੀ ਬੁਨਿਆਦ ਉਦੋਂ ਦੀ ਸ਼ੁਰੂ ਹੋਈ ਸੀ, ਔਰ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਅੱਗ ਧੁਖਦੀ ਰਹੀ। ਮੌਲਾਨਾ ਮਦੂਦੀ ਨੂੰ ਕਿਹੜੇ ਕੇਸ ਸਜ਼ਾ ਮੌਤ ਹੋਈ ਸੀ? ਇਹ ਜਿਹੜੇ ਹਰਾਰੀ ਸਨ, ਤੇ ਉਹਨਾਂ ਨਾਲ ਕਿਉਂ ਤੁਹਾਡੇ ਖਲੀਫਾ ਸਾਹਿਬ ਦੀ ਰੋਜ਼ ਖਹਿ ਬਖਹਿ ਚੱਲਦੀ ਸੀ? ਤੁਹਾਡੇ ਜਿਹੜੇ ਕਿਹਨਾਂ ਚੌਧਰੀ ਜ਼ਫਰੁੱਲਾ ਨੂੰ ਬਣਾਇਆ ਸੀ ਵਜ਼ੀਰ ਖਾਰਜਾ, ਉਹ ਕੀ ਕੰਮ ਕਰ ਰਹੇ ਸਨ ਕਾਇਦੇ ਆਜ਼ਮ ਤੋਂ ਬਾਅਦ? ਉਹ ਕੀ ਉਹਨਾਂ ਦੀ ਕਾਰਵਾਈਆਂ ਸਨ ਖੁਫੀਆ? ਇਹ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਧੁਖਦੀਆਂ ਸਨ ਪਈਆਂ ਅੰਦਰ ਕਮਿਊਨਿਟੀ ਦੇ। 74 ਦੇ ਵਿੱਚ ਜਿਹੜਾ ਰਬਵੇ ਵਾਲਾ ਵਾਕਿਆ ਬਣਿਆ, ਉਹ ਇੱਕ ਬਹਾਨਾ ਬਣ ਗਿਆ, ਲੇਕਿਨ ਉਹ ਬੁਨਿਆਦ ਨਹੀਂ ਸੀ। ਬੁਨਿਆਦ ਬਹੁਤ ਲੰਬੀ ਸੀ। ਇੱਕ ਗੱਲ। ਦੂਸਰੀ ਗੱਲ ਇਹ ਕਿ ਜਿਹੜੀ ਉੱਥੇ ਕਾਰਵਾਈ ਦੇ ਦੌਰਾਨ ਫੈਸਲਾ ਕੀਤਾ ਗਿਆ ਨਾ, ਉਹ ਫੈਸਲਾ ਮੈਂ ਫਿਰ ਦੱਸਣਾ ਰੋਜ਼ ਕਿ ਇਹ ਫੈਸਲਾ ਜਿਹੜਾ ਤੁਹਾਡਾ ਬੰਦੇ ਦਾ ਪੋਲੀਟੀਕਲ ਸਟੇਟਸ ਹੁੰਦਾ ਉਹਦੇ ਬਾਰੇ ਕੀਤਾ ਗਿਆ ਕਿ ਤੁਸੀਂ ਮਿਲਤ ਇਸਲਾਮੀਆ ਦਾ ਹਿੱਸਾ ਨਹੀਂ। ਲੇਕਿਨ ਅਕੀਦੇ ਦਾ ਫੈਸਲਾ ਨਹੀਂ ਤੁਹਾਡਾ ਅਸੈਂਬਲੀ ਕਰਦੀ ਪਈ, ਤੇ ਨਾ ਉਹ ਕਰ ਸਕਦੀ, ਕੋਈ ਬੰਦਾ ਵੀ ਨਹੀਂ ਕਰ ਸਕਦਾ। ਇਹ ਕਰ ਸਕਦੀ ਤੁਹਾਡਾ ਅਕੀਦਾ ਸਾਡੇ ਨਾਲ ਨਹੀਂ ਮਿਲਦਾ। ਇਹ ਜ਼ਿਆਦਾ ਡਿਸਕਸ ਕਰਕੇ ਕਰ ਸਕਦੇ ਨੇ ਕਿ ਤੁਸੀਂ ਜਿਹੜਾ ਅਕੀਦਾ ਬਿਆਨ ਕਰਦੇ ਹੋ ਸਾਡਾ ਅਕੀਦਾ ਨਹੀਂ, ਤੁਹਾਡਾ ਸਾਡੇ ਨਾਲ ਰਸਤਾ ਲੱਗ। ਬਾਕੀ ਤੁਸੀਂ ਜਨਮੀ ਹੋ ਕਿ ਜਨਤੀ ਹੋ, ਤੁਸੀਂ ਸਹੀ ਰਸਤੇ ਤੋਂ ਗਲਤ ਹੈ, ਤੇ ਕਿਆਮਤ ਵਾਲੇ ਦਿਨ ਅਸਲ ਤਾਂ ਫੈਸਲਾ ਉਸ ਦਿਨ ਹੁੰਦਾ। ਦੁਨੀਆ ਤੇ ਜਿਹੜਾ ਜ਼ਾਹਿਰ 'ਚ ਬੰਦਾ ਦੇਦਾ, ਬੰਦਾ ਆਂਦਾ ਵੀ ਇਹ ਜਿਹੜਾ ਰਾਹ ਹੈ ਇਹ ਗਲਤ ਹੈ, ਇਹ ਕੁਫਰੀ ਅਕੀਦਾ, ਇਹਨੂੰ ਅਸੀਂ ਸਹੀ ਨਹੀਂ ਇਸਲਾਮੀ ਨਹੀਂ ਬਣਿਆ ਜਾ ਸਕਦਾ। ਉਹ ਸਰ ਸਾਡਾ ਜਿਹੜਾ ਨਾ ਮੁੱਦਾ ਹੀ ਇਹ ਕਿ ਕੋਈ ਜਦੋਂ ਤੁਸੀਂ ਇਹ ਫੈਸਲੇ 'ਚ ਆਪ ਹੀ ਜਿਹੜਾ ਸ਼ੋਰ ਨਹੀਂ ਹੈਗੇ ਕਿ ਅਸੀਂ ਇਹ ਫੈਸਲਾ ਸਹੀ ਕੀਤਾ ਜਾਂ ਗਲਤ ਕੀਤਾ, ਇਹ ਤੇ ਫੈਸਲੇ ਹੋਣੇ ਨੇ ਰੋਜ਼ੇ ਮਹਿਸ਼ਰ। ਉਹ ਜਿਹੜੇ ਫੈਸਲੇ ਅੱਲਾਹ ਵਾਲੇ ਰੋਜ਼ੇ ਮਹਿਸ਼ਰ ਹੋਣੇ ਨੇ, ਉਹਨਾਂ ਨੂੰ ਤੁਸੀਂ ਦੁਨੀਆ ਤੇ ਸਿਵਾਏ ਫਸਾਦ ਦੇ ਹੋਰ ਉਹਨਾਂ 'ਚ ਕੁਛ ਹਾਸਲ ਨਹੀਂ ਹੁੰਦਾ।
ਔਰ ਫਿਰ ਤਸੱਲੀ 74 'ਚ ਨਹੀਂ ਹੋਈ, ਫਿਰ 84 'ਚ ਇੰਨੇ ਜਿਹੜੀਆਂ ਨੇ ਪਾਬੰਦੀਆਂ ਲੱਗੀਆਂ, ਉਹ 84 ਫਿਰ 94, ਹੁਣ 2024 ਹੋ ਗਿਆ, 40 ਸਾਲ 84 ਤੋਂ ਲੈ ਕੇ ਹੁਣ ਤੱਕ ਹੋ ਗਏ ਨੇ। ਉਮਤ ਮੁਸਲਮਾਨ ਇੱਕ ਛੋਟੀ ਜਿਹੀ ਕਮਿਊਨਿਟੀ ਕੋਲੋਂ ਇੰਨੀ ਪਰੇਸ਼ਾਨ ਹੈ ਕਿ ਉਹ ਉਹਦੇ ਕੋਲੋਂ ਸਾਹ ਲੈਣ ਦਾ ਹੱਕ ਖੋਣਾ ਚਾਹੁੰਦੀ ਹੈ। ਇਹ ਸਾਹ ਤੇ ਸਾਨੂੰ ਅੱਲਾ ਨੇ ਦਿੱਤੇ ਨੇ, ਸਾਡੀਆਂ ਨਸਲਾਂ ਅੱਲਾ ਨੇ ਵਧਾਈਆਂ ਨੇ। ਉਸੇ ਪਾਕਿਸਤਾਨ ਦੇ 84 ਤੋਂ ਬਾਅਦ ਲੋਕ ਅਹਿਮਦੀ ਹੋਏ ਨੇ, ਇੱਥੇ ਹੋਏ ਨੇ, ਹਰ ਜਗ੍ਹਾ ਤੇ ਹੋ ਰਹੇ ਨੇ। ਇਹਨੂੰ ਤੁਸੀਂ ਡੱਕ ਨਹੀਂ ਸਕਦੇ, ਇਹ ਚੈਲੰਜ ਹੈ ਇਸ ਜਮਾਤ ਨੂੰ। ਇਹਦੇ ਤੇ ਤਰ੍ਹਾਂ ਤਰ੍ਹਾਂ ਦੇ ਬਹੁਤਾਨ ਵੀ ਲੱਗੇ, ਹਰ ਤਰ੍ਹਾਂ ਦੇ ਕੰਮ ਹੋਏ, ਲੇਕਿਨ ਇਹਨੂੰ ਰੋਕਣਾ ਜਿਹੜਾ ਹੈ ਨਾ, ਇਹ ਅੱਲਾ ਲਿਓ ਤੁਹਾਡੇ ਵਾਸ ਦੀ ਗੱਲ ਨਹੀਂ ਹੈਗੀ। ਠੀਕ ਠੀਕ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਮਝਣਾ ਬਿਹਤਰ ਹੈ ਕਿ ਅਮਨ ਨਾਲ ਸੁਲਹ ਸਫਾਈ ਨਾਲ ਰਹਿਣਾ ਸਿੱਖੋ, ਜਿਸ ਤਰ੍ਹਾਂ ਮੁਨਜ਼ਮ ਮੁਆਸ਼ਰੇ ਔਰ ਮੁਹੱਜ਼ਬ ਮੁਆਸ਼ਰੇ ਜਿਹੜੇ ਨੇ ਜ਼ਿੰਦਗੀ ਗੁਜ਼ਾਰਦੇ ਨੇ। ਹਾਂਜੀ ਜਜ਼ਾਕ ਅੱਲਾ। ਪਹਿਲੀ ਤਾਂ ਗੱਲ ਇਹ ਵੇ ਕਿ ਜਦੋਂ ਦਾ ਪਾਕਿਸਤਾਨ ਬਣਿਆ ਉੱਥੋਂ ਤੋਂ ਲੈ ਕੇ 47 ਤੋਂ ਲੈ ਕੇ 74 ਤੱਕ 27 ਸਾਲਾਂ ਦੇ ਵਿੱਚ ਜਿੰਨੇ ਦੰਗੇ ਤੇ ਫਸਾਦ ਹੋਏ ਨੇ ਤੁਹਾਡੇ ਮੁਸਲਮਾਨਾਂ ਨਾਲ, ਇਹਦਾ ਅੱਧਾ ਹਿੱਸਾ ਵੀ ਨਹੀਂ ਹੈ 74 ਤੋਂ ਲੈ ਕੇ ਅੱਜ ਤੱਕ। 48 49 50 ਸਾਲ ਹੋ ਚੱਲੇ ਨੇ। ਇਹਨਾਂ 50 ਸਾਲਾਂ 'ਚ ਉਹਨਾਂ 27 ਸਾਲਾਂ ਦੇ ਵਿੱਚ ਜ਼ਿਆਦਾ ਦੰਗੇ ਹੋਏ ਨੇ, ਬਾਅਦ ਵਿੱਚ ਖਾਮੋਸ਼ੀ ਛਾ ਗਈ, ਬਾਅਦ ਵਿੱਚ ਸਕੂਨ ਹੋ ਗਿਆ। ਅਸਲ ਹਕੀਕਤ ਇਹ ਵੇ ਕਿ ਤੁਸੀਂ ਜਿਹਨੂੰ ਵੀ ਕਹਿੰਦੇ ਹੋ ਕਿ ਇਹ ਕਰਨ ਨਾਲ ਫਸਾਦ ਮਚ ਗਿਆ, ਫਸਾਦ ਨਹੀਂ ਮਚ ਗਿਆ, ਫਸਾਦ ਮਰ ਗਿਆ। ਜਿਹੜਾ ਫਸਾਦ ਤੁਸੀਂ ਫੈਲਾਇਆ ਸੀ ਉਹ ਖਤਮ ਹੋ ਗਿਆ। ਵਰਨਾ 47 ਤੋਂ ਲੈ ਕੇ 74 ਤੱਕ 2 ਵਾਰੀ ਮਕਾਨ ਸੜੇ ਨੇ, 2 ਵਾਰੀ ਦੁਕਾਨਾਂ ਨੂੰ ਅੱਗਾਂ ਲੱਗੀਆਂ ਨੇ, 2 ਵਾਰੀ ਬੰਦੇ ਕਤਲ ਹੋਏ, 2-3 ਵਾਰੀ ਦੰਗੇ ਹੋਏ ਨੇ। ਲਿਹਾਜ਼ਾ ਪਹਿਲੀ ਤਾਂ ਗੱਲ ਹੈ। ਦੂਸਰੀ ਗੱਲ ਇਹ ਕਿ ਜਿਹੜੀ ਤੁਸੀਂ ਆਂਦੇ ਹੋ ਕਿ ਅਸੀਂ ਕਨਫਿਊਜ਼ ਹਾਂ ਕਿ ਅਸੀਂ ਕਿਸ ਦਾ ਫੈਸਲਾ, ਮੈਂ ਤੁਹਾਨੂੰ ਫਿਰ ਪਿਆਰ ਕਰਨਾ, ਕਨਫਿਊਜ਼ਨ ਵਾਲਾ ਚੱਕਰ ਹੀ ਕੋਈ ਨਹੀਂ ਹੈ। ਤਾਰਕ ਸਾਹਿਬ, ਜਿਹੜਾ ਕਿਆਮਤ ਵਾਲਾ ਫੈਸਲਾ ਉਹ ਕਿਆਮਤ ਵਾਲੇ ਦਿਨ ਹੋਣਾ ਹੈ। ਜਿਹੜਾ ਦੁਨੀਆ ਦਾ ਫੈਸਲਾ ਹੁੰਦਾ ਉਹ ਜ਼ਾਹਿਰ ਤੇ ਹੁੰਦਾ ਹੈ। ਜਦੋਂ ਕੋਈ ਬੰਦਾ ਜ਼ਾਹਿਰੀ ਤੌਰ ਤੇ ਕੁਫਰ ਕਰਦਾ ਹੈ, ਉਹਦੇ ਕੁਫਰ ਨੂੰ ਕੁਫਰ ਹੀ ਕਿਹਾ ਜਾਂਦਾ ਹੈ। ਉਹਦੀ ਜ਼ਾਹਿਰ ਉੱਤੇ ਫਤਵਾ ਲੱਗਦਾ ਹੈ, ਉਹਦੇ ਦਿਲ ਵਿੱਚ ਕੀ ਛੁਪਿਆ ਕੋਈ ਬੰਦਾ ਨਹੀਂ ਫੈਸਲਾ ਕਰ ਸਕਦਾ। ਇਸੇ ਗੱਲੇ ਸਿਆਣੇ ਜਿਹੜੇ ਉਲਮਾ ਨੇ ਉਹ ਕਹਿੰਦੇ ਨੇ ਕਿ ਕੁਫਰ ਦਾ ਤੁਸੀਂ ਫੈਸਲਾ ਕਰ ਸਕਦੇ ਹੋ, ਨਿਫਾਕ ਦਾ ਫੈਸਲਾ ਨਹੀਂ ਕਰ ਸਕਦੇ। ਕਿਸੇ ਦੇ ਨਿਫਾਕ ਦੇ ਉੱਤੇ ਫਤਵਾ ਨਹੀਂ ਤੁਸੀਂ ਦੇ ਸਕਦੇ ਕਿ ਤੇਰੇ ਦਿਲ ਵਿੱਚ ਇਹ ਗੱਲ ਛੁਪੀ ਹੈ। ਨਹੀਂ, ਕਿਸੇ ਦੇ ਦਿਲ 'ਚ ਕੀ ਛੁਪੀ ਹੈ ਸਾਨੂੰ ਕੀ ਪਤਾ ਕੀ ਛੁਪੀ ਹੈ, ਕੀ ਪਿਆ ਸੋਚਦਾ ਕੀ ਨਹੀਂ ਪਿਆ ਸੋਚਦਾ। ਜਦੋਂ ਉਹ ਅਮਲ ਕਰਦਾ ਹੈ, ਜਦੋਂ ਉਹ ਰਾਜਪਾਲ ਦੀ ਕਿਤਾਬ ਪੜ੍ਹ ਕੇ ਦੱਸਦਾ ਤੇ ਪਤਾ ਲੱਗਦਾ ਇਹਦੇ ਦਿਲ 'ਚ ਕੀ ਛੁਪਿਆ। ਜਿਹੜਾ ਅੱਜ ਕੱਲ ਦਾ ਮੁਸਲਮਾਨ ਯਾਰ ਇਹਨੂੰ ਨਹੀਂ ਚੁੱਪ ਕਰਾ ਸਕਦੇ, ਤੁਸੀਂ ਥੱਲੇ ਲਾ ਦਿਓ। ਅੱਧੇ ਘੰਟੇ ਦੀ ਤਕਰੀਰ ਹੁੰਦੀ ਹੈ, ਤੁਹਾਨੂੰ ਚੁੱਪ ਕਰ ਸਕਦਾ। ਉਹ ਦੂਜੇ ਪਾਸੇ ਨੂੰ ਇੰਨਾ ਟਾਈਮ ਲੱਗਾ, ਉਸ ਵੇਲੇ ਨੂੰ ਸੋੜਾ ਪਿਆ। ਇਹਨੂੰ ਯਾਰ ਗੱਲ ਕਰਨ ਦੇ ਦੂਜੇ ਥੱਲੇ ਲਾਓ ਬੰਦੇ ਤੇ ਇਹਨੂੰ 1 to 1 ਮੇਰੇ ਨਾਲ ਗੱਲ ਕਰਾਓ। ਇਹਨੂੰ ਆਖੋ 2 ਮਿੰਟ ਜਿਹੜਾ ਚੰਗਾ ਤੇਰਾ ਆਪਣਾ ਇਲਮ ਹੈ ਨਾ ਉਹ ਖਿਲਾਰ ਤੇ ਮੈਂ ਜਵਾਬ ਦੇਣਾ। ਬੰਦੇ ਨਾਲ ਗੱਲ ਕਰਨੀ ਨਹੀਂ ਹੈ ਕਿ ਜਿਹੜਾ ਇਹਨੇ ਕਰਨੀ ਨਹੀਂ, ਛੜਾ ਇਹਨੇ ਵਿੱਚ ਰੋਲਾ ਪਾਣਾ, ਬਸ ਰੋਲਾ ਪਾਣਾ ਹੈ। ਕਿਉਂਕਿ ਮੈਂ ਇੱਥੇ ਤੁਹਾਡੀਆਂ ਕਹਾਣੀਆਂ ਨਹੀਂ ਅਸੀਂ ਸੁਣਦੇ, ਜਿਹੜੇ ਤੁਸੀਂ ਰਟੀਆਂ ਹੋਈਆਂ ਨੇ ਬਚਪਨ ਦੀਆਂ ਕਹਾਣੀਆਂ। ਤੁਸੀਂ ਕਹਿੰਦੇ ਜੇ ਕਿ ਮੈਨੂੰ ਇੰਨਾ ਪਤਾ ਕਿ ਜਿਹੜੇ ਉਸ ਅਸੈਂਬਲੀ 'ਚ ਬੈਠੇ ਸੀ ਉਹ ਸਭ ਦਾ ਹਾਲ ਕੀ ਹੋਇਆ, ਉਹਨਾਂ ਦਾ ਅੰਜਾਮ ਕੀ ਹੋਇਆ, ਜਿਹੜੇ ਫੈਸਲੇ ਵਾਲੇ ਸੀ। ਕਿਸੇ ਦਾ ਅੰਜਾਮ ਕਾਰ ਅਜ਼ਿਆਉਲ ਹਕ ਦਾ ਕੀ ਹੋਇਆ। ਸਾਡੇ ਕੋਲ ਤੇ ਹਰ ਚੀਜ਼ ਮੌਜੂਦ ਹੈ ਔਰ ਰੈਫਰੈਂਸ ਵੀ ਉਹਦੇ ਮੌਜੂਦ ਨੇ। ਇਹਨਾਂ ਦਾ ਹਾਲ ਕੀ ਖੁਦਾ ਤਾਲਾ ਨੇ ਕੀਤਾ, ਨਿਸਤੋ ਨਬੂਤ ਕਰਤਾ ਉਹਨਾਂ ਨੂੰ। ਉਹਨਾਂ ਦੀਆਂ ਨਸਲਾਂ ਨਿਸਤੋ ਨਬੂਤ ਹੋ ਗਈਆਂ ਜਿਨ੍ਹਾਂ ਨੇ ਇਹ ਫੈਸਲੇ ਕੀਤੇ ਸੀ। ਸਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੇ ਨੇ ਹਰ ਚੀਜ਼ ਦੇ। ਓਕੇ ਜੇ ਬੋਲਣ ਦੀ ਇਜਾਜ਼ਤ ਹੋਵੇ ਤਾਂ ਤੁਹਾਡੇ ਨਹੀਂ, ਇੱਕ ਮਿੰਟ ਮੈਂ ਜਵਾਬ ਦੇਣਾ। ਜਿਹੜੀ ਕੋਈ ਬੰਦਾ ਜ਼ਬਾਨ ਬੋਲੇ ਨਾ ਉਸੇ ਜ਼ਬਾਨ 'ਚ ਮੈਨੂੰ ਜਵਾਬ ਦੇਣਾ ਆਉਂਦਾ ਹੈ। ਅਸੈਂਬਲੀ ਦੇ ਵਿੱਚ ਜਿਹਨਾਂ ਫੈਸਲਾ ਕੀਤਾ ਉਹ ਨਿਸਤੋ ਨਬੂਦ ਹੋ ਗਿਆ, ਉਹਨਾਂ ਤੇ ਅਜ਼ਾਬ ਅੱਲਾ ਦਾ ਨਾਜ਼ਲ ਹੋਇਆ। ਤੇ ਜਿਹੜੇ ਤੁਹਾਡੇ ਖਲੀਫਾ ਸਾਹਿਬ ਤੀਜੇ ਸਨ, ਜਿਹੜੇ ਉੱਥੇ ਅਸੈਂਬਲੀ 'ਚ ਗਏ ਸਨ, ਉਹਨਾਂ ਦੀ ਮੌਤ ਦਾ ਕੀ ਆਲਮ ਸੀ, ਉਹ ਕਿਸ ਤਰ੍ਹਾਂ ਨਿਸਤੋ ਨਬੂਦ ਹੋਏ ਨੇ। ਜਿਹੜੇ ਚੌਥੇ ਖਲੀਫਾ ਸਾਹਿਬ ਹੁਣ ਉਹਨਾਂ ਦੇ ਘਰ ਦੇ ਕੀ ਹਾਲਾਤ ਨੇ ਅੱਜ ਕੱਲ। ਜੋ ਕੁਆਡੀਓ ਹੁਣ ਸਬਰ ਕਰਨਾ, ਹੁਣ ਸਬਰ ਕਰ। ਮੈਂ ਗਲਤ ਨਹੀਂ ਤੇਰੇ 'ਚ ਬੋਲਿਆ, ਹੁਣ ਖਾਮੋਸ਼ ਰਹਿ ਕੇ ਸੁਣ, ਹੁਣ ਖਾਮੋਸ਼ ਰਹਿ ਕੇ ਸੁਣ, ਮੈਂ ਤੈਨੂੰ ਜਵਾਬ ਦੇਵਾਂ। ਜਿਹੜਾ ਤੀਸਰਾ ਖਲੀਫਾ ਸੀ ਇਹਦੇ ਨਾਲ ਉਹ ਖਲੋ, ਖਾਮੋਸ਼ ਹੋ, ਉਹ ਖਾਮੋਸ਼ ਹੋ ਨਾ, ਹੁਣ ਹੌਸਲਾ ਕਰਨਾ, ਮੈਨੂੰ ਜਵਾਬ ਦੇਣ ਦੇਣਾ। ਤੂੰ ਆਪਣੀ ਵਾਰੀ 'ਚ ਬੋਲਿਆ, ਮੈਂ ਨਹੀਂ ਬੋਲਿਆ। ਹੁਣ ਖਾਮੋਸ਼ ਹੋ, ਤੇਰੀ ਮੈਨੂੰ ਆਵਾਜ਼ ਵੀ ਉੱਚੀ ਨਹੀਂ ਹੈ। ਖਾਮੋਸ਼ ਹੋ ਜਾ, ਵਾਰੀ ਨਾਲ ਗੱਲ ਕਰਨੀ, ਵਾਰੀ ਨਾਲ। ਜਿਹੜਾ ਤੁਹਾਡਾ ਤੀਸਰਾ ਖਲੀਫਾ ਉੱਥੇ ਗਿਆ ਸੀ, ਖਾਮੋਸ਼ ਹੋ ਜਾ, ਖਾਮੋਸ਼ ਹੋ ਜਾ, ਵਾਰੀ ਨਾਲ ਗੱਲ ਕਰਨੀ ਹੈ। ਚੰਗੇਜ਼ ਖਾਨ ਇੰਜ ਦੀ ਗੱਲ ਹੁੰਦੀ। ਨਹੀਂ ਖਾਮੋਸ਼ ਚੁੱਪ ਕਰਨਾ, ਚੁੱਪ ਨਾ। ਮੈਂ ਜ਼ਲਾਲਤ ਦਾ ਟੋਕਰਾ ਧਰਨ ਲੱਗਾ ਤੇਰੇ ਸਿਰ ਦੇ ਉੱਤੇ, ਖਾਮੋਸ਼ ਹੋ ਜਾ। ਤੁਸੀਂ ਆਪਣੇ ਸਿਰ ਤੇ ਰੱਖੋ ਜਿੱਥੇ ਪਿਆ ਹੈ। ਮੈਂ ਦੱਸਣ ਲੱਗਿਆ ਵੀ ਜਿਹੜਾ ਤੂੰ ਦੂਜਿਆਂ ਨੂੰ ਪਿਆਨਾ ਫਲਾਣਾ ਕਿੰਜ ਨੈਸਤੋ ਨਬੂਦ ਹੋਇਆ ਹੈ, ਤੁਹਾਡੇ ਚੌਥੇ ਖਲੀਫਾ ਦਾ ਘਰ ਕਿੰਜ ਨੈਸਤੋ ਨਬੂਦ ਹੋਇਆ ਹੈ,
ਇਹ ਆਡੀਓ ਕਾਹਦੀਆਂ ਪਈਆਂ ਫਿਰਦੀਆਂ ਨੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ? ਅਲਹਮਦੁਲਿਲਾ ਉਹ ਆਪਣਾ ਇਹ ਜਿਹੜੀ ਜ਼ਲਾਲਤ ਦਾ ਟੋਕਰਾ ਸਿਰ ਤੇ ਧਰਿਆ, ਇਹ ਫਾਇਜ਼ਾ ਬੀਬੀ ਕਿਹਦੀ ਬੇਟੀ ਹੈ? ਜਿੰਨਾ ਨਿਦਾ ਮਰਜ਼ੀ ਨਸਰ ਕਿਹਦੀ ਬੇਟੀ ਹੈ? ਉਹ ਮੇਰੀ ਗੱਲ ਸੁਣੋ, ਇਹ ਤੇ ਇਹ ਚੌਥੇ ਖਲੀਫੇ ਦੇ ਘਰ 'ਚ ਕੀ ਅੱਗ ਲੱਗੀ ਏ? ਮੇਰੀ ਗੱਲ ਸੁਣੋ, ਤੁਹਾਡੇ ਦੇ ਧੀਆਂ ਸਨ ਉਹਨਾਂ ਦੀਆਂ, ਕਿਉਂ ਦਾ ਕੀ ਅੰਜਾਮ ਹੋਇਆ ਹੈ? ਸਾਰੇ ਪੂਰੇ ਪਾਕਿਸਤਾਨ ਚ ਤੇ ਅੱਲਾਹ ਹਰ ਤਾਲਾ ਨੇ ਉਹ ਖਲੋ ਵੀ ਜਾਣਾ, ਹੁਣ ਸੁਣ ਵੀ ਲੈਣਾ, ਰੋਲਾ ਨਾ ਪਾ ਵਿੱਚ, ਹਰ ਜਗ੍ਹਾ ਤੇ ਜ਼ਨਾ ਖਾਮੋਸ਼ ਵੀ ਹੋ ਜਾਣਾ। ਮੈਂ ਤੁਹਾਨੂੰ ਦੱਸਣਾ ਇਸ ਤੋਂ ਜੇ ਤੇ ਫਲਾਣੇ ਦੀ ਇੰਜ ਹੋ ਗਿਆ, ਹਰ ਜਗ੍ਹਾ ਤੇ ਉਹ ਹਰ ਯੂਨੀਵਰਸਿਟੀ ਜਿਹੜੀ ਖੁੱਲਦੀ ਤੁਹਾਡੀ, ਮੈਂ ਤੈਨੂੰ ਦੱਸਣਾ ਨਾ, ਯੂਨੀਵਰਸਿਟੀ ਸਾਰੀ ਯੂਨੀਵਰਸਿਟੀ ਜਿਹੜੀ ਹੈ ਤੁਹਾਡੀ ਇੱਥੇ ਯੂਨੀਵਰਸਿਟੀ ਨੇ, ਉੱਥੇ ਚ ਕਦੀ 6000 ਕੁੜੀ ਨੇ ਯੂਨੀਵਰਸਿਟੀਆਂ ਤੇ ਸਾਰੇ ਜਿਹੜੇ ਨੇ ਨਾ ਉਹ ਖਲੋ ਵੀ ਜਾਣਾ, ਸਾਰੇ ਰੇਪ ਲਾ ਕੇ ਵੀ ਕਿਸੇ ਸਰਬਰਾਹ ਦੇ ਘਰ ਚ ਨਹੀਂ ਹੋਇਆ। ਤੁਹਾਡੇ ਵਿੱਚ ਮੁਸਲਮਾਨ ਵਾਲੀ ਗੱਲ ਕਿਹੜੀ ਹੈ? ਤੁਹਾਡੇ ਘਰ ਜਿਹੜਾ ਮੇਰੀ ਗੱਲ ਸਰਬਰਾਹ ਹੈ ਤੁਹਾਡੀ ਕਮਿਊਨਿਟੀ ਮੈਨੂੰ ਦਾ, ਇੱਕ ਗੱਲ ਦੱਸੋ ਕਿ ਤੁਸੀਂ ਤੁਹਾਡੀ ਕਮਿਊਨਿਟੀ ਦਾ ਉਹ ਸਰਬਰਾਹ ਹੈ ਜਿਹਦੇ ਘਰ ਅੱਗ ਲੱਗੀ ਏ ਕਿ ਉਹਦੀ ਧੀ ਪੀ ਆਂਦੀ ਏ ਕਿ ਸਾਡੇ ਘਰ ਉਹ ਕੰਮ ਹੋਇਆ ਜਿਹੜਾ ਦਹਿਰੀਆਂ ਦੇ ਘਰ ਨਹੀਂ ਵਜ਼ੀਰ ਘਰ ਹੋਇਆ ਕੰਮ। ਜਾਨਵਰ ਕੰਮ ਕਰਦੇ ਨੇ ਜਿਹੜਾ ਤੁਹਾਡੇ ਖਲੀਫਾ ਦੇ ਘਰ ਹੋਇਆ, ਤੇ ਟੋਕ ਰਿਹਾ ਐਵੇਂ ਤੂੰ ਗੱਲਾਂ, ਤੁਹਾਡੇ ਖਲੀਫਾ ਦੇ ਘਰ ਹੋਇਆ ਉਹ ਜਾਨਵਰਾਂ ਦੇ ਘਰ ਹੁੰਦਾ ਹੀ, ਜਾਨਵਰ ਕਰਦੇ ਨਹੀਂ ਇਹ ਕੰਮ। ਘਰ ਵੀ ਇਹੀ ਕੁਛ ਹੀ ਹੋਣ ਡਿਆ ਉੱਥੇ, ਗੱਲਾਂ ਤੂੰ ਕਿਹੜੀਆਂ ਕਰਨੀਆਂ ਵੇ? ਅੱਲਾਹ ਤਾਲਾ ਨੇ ਦੁਨੀਆ ਦੇ ਉੱਤੇ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਇਹਨਾਂ ਨੂੰ। ਤੁਹਾਨੂੰ ਇਬਰਤ ਦਾ ਨਿਸ਼ਾਨ ਲਾਮੀਆਂ ਨੇ ਇੱਥੇ ਬਣਾਉਣਾ ਹੈ ਇਨਸ਼ਾਅੱਲਾ। ਫਲਾਣੇ ਨੂੰ ਨਿਸਤੋ ਨਬੂਦ ਕਰਤਾ ਜਿਹੜਾ ਤੇ ਫਲਾਣਾ ਬੋਲਦਾ ਹੈ ਲਾਨਤੁੱਲਾਹ ਅਲਲ ਕਾਜ਼ਬੀਨ ਉਹਦੇ ਤੇ, ਆਮਰ ਨਜ਼ੀਰ ਜੇ ਝੂਠ ਬੋਲਣਾ ਤੇ ਲਾਨਤੁੱਲਾਹ ਅਲਲ ਕਾਜ਼ਬੀਨ ਇਹਦੇ ਤੇ। ਬਿਲਕੁਲ, ਜਿਹੜਾ ਝੂਠ ਬੋਲੇ ਤੇ ਅੱਲਾਹ ਦੀ ਲਾਨਤ ਹੈ ਤੇ ਖੁਦਾ ਤਾਲਾ ਦੀ ਲਾਨਤ ਤੇ ਖੁਦਾ ਤਾਲਾ ਦੀ ਫਟਕਾਰ। ਤੇਰੇ ਚੌਥੇ ਖਲੀਫਾ ਨੇ ਉਹਦੇ ਤੇ ਇਲਿਆਸ ਸਤਾਰ ਨਾਲ ਮੁਬਾਲਾ ਕੀਤਾ, ਉਹ ਸਬਰ ਕਰ, ਸਬਰ ਕਰ, ਸਬਰ ਕਰ। ਉਹ ਜਿਹੜੇ ਖੁਦਾ ਤਾਲਾ ਦੀ ਫਟਕਾਰ, ਮੈਂ ਕਿਸੇ ਗਲੀਜ਼ ਬੰਦੇ ਤੇ ਮੈਂ ਚੁੱਪ ਨਹੀਂ ਕਰਨਾ। ਹੁਣ ਚੀਪੇਗਾ, ਹੁਣ ਚੀਕੇਗਾ। ਇਹ ਜੇ ਦੀ ਟੋਟਲ ਇਲਮੀਅਤ ਚੀਪੇ ਕੀ ਹੁੰਦਾ? ਮੈਂ ਗੱਲ ਕਰਨੀ ਹੈ ਉਹ ਭਾਈ ਯਾਰ ਮੇਰੀ ਗੱਲ ਸੁਣ, ਇਸ ਉਮਰ ਦੇ ਵਿੱਚ ਵੈਸੇ ਵੀ ਤੇਰੇ ਚੌਥੇ ਖਲੀਫਾ ਨੇ ਇਲਿਆਸ ਸਤਾਰ ਨਾਲ ਮੁਬਾਲਾ ਕੀਤਾ ਸੀ। ਮੇਰੇ ਨਾਲ ਗੱਲ ਕਰ, ਮੇਰੇ ਨਾਲ ਮੁਬਾਲਾ ਕਰਕੇ ਮੈਂ ਮੇਰੀ ਗੱਲ ਸੁਣ, ਮੇਰੇ ਨਾਲ ਗੱਲ ਕਰ। ਮੈਨੂੰ ਜਵਾਬ, ਤੇਰੇ ਚੌਥੇ ਖਲੀਫਾ ਨੇ ਮੁਬਾਲਾ ਕੀਤਾ ਕਿ ਨਹੀਂ ਇਲਿਆਸ ਸਤਾਰ ਸਾਹਿਬ ਆਮਰ ਨਜ਼ੀਰ ਵਾਬੀ, ਮੈਂ ਤੁਹਾਨੂੰ ਅਖਬਾਰ ਕੱਢ ਕੇ ਅਲਫਾਜ਼ ਸੁਣਾਣਾ, ਇੱਧਰ ਉੱਧਰ ਦੀਆਂ ਕਹਾਣੀਆਂ ਨਾ ਸੁਣਾ ਖਲੀਫਿਆਂ ਤੇ। ਮੇਰੇ ਨਾਲ ਡਾਇਰੈਕਟ ਗੱਲ ਕਰ, ਦਾ ਨਿਸ਼ਾਨ ਬਣਾਇਆ ਹੈ ਇਸ ਦੁਨੀਆ ਦੇ ਉੱਤੇ, ਮੁਬਾਲੇ ਦੇ ਨਤੀਜੇ ਚ ਮਾਰ ਕੇ ਅੱਲਾਹ ਤਾਲਾ ਨੇ ਤੈਨੂੰ ਜਿਹੜਾ ਵੀ ਜਮਾਤੀ ਹੈ ਇੰਜ ਮੈਂ ਕਰਦਾ ਜੇ ਲੋਕਾਂ ਨੂੰ ਜ਼ਲੀਲ, ਜਿਹਨੂੰ ਮੈਂ ਜ਼ਲੀਲ ਕਰਨ ਤੇ ਆਵਾਂ, ਬਹੁਤ ਵੱਡਾ ਗਲਾਜ਼ਾ ਦਾ ਜ਼ਲੀਲ ਅੱਲਾਹ ਤਾਲਾ ਨੇ ਕੀਤਾ ਹੈ। ਫਿਰ ਤੂੰ ਆਨੇ ਮੈਂ ਗੱਲ ਨਹੀਂ ਸੁਣਨੀ। ਖਲੀਫਾ ਤੁਹਾਡੇ ਮੁਬਾਲਾ ਕੀਤਾ ਸੀ ਇਲਿਆਸ ਸਤਾਰ ਸਾਹਿਬ ਨਾਲ? ਦੇ ਜਵਾਬ। वो तशरीफ ले गए हैं। चले गए जो बस करो सु नहीं चले नहीं गए, तशरीफ ले गए हैं। ਜਾਂ ਹੌਸਲਾ ਨਾ ਹੋਵੇ ਤੇ ਬੰਦਾ ਕਰਦਾ ਨਹੀਂ ਹੈ। ਚੌਧਰੀ ਸਾਹਿਬ, ਜਦੋਂ ਬੰਦਾ ਕਿਸੇ ਨੂੰ ਇੱਕ ਤਾਨਾ ਮਾਰਦਾ ਹੈ ਤੇ ਜਵਾਬ ਚ ਤਾਨਾ ਸੁਣਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਇਹ ਹਲੇ ਪੇ ਕਹਿੰਦੇ ਨੇ ਅਸੈਂਬਲੀ ਦੀ ਕਾਰਵਾਈ ਇੱਥੇ ਕਰ ਲੈਂਦੇ ਆ। अमर भाई दो अपना तरत भाई 2 मिनट मुझे भी दे दे, मैं आधे घंटे का बैठा हूँ। अगर आपको बोले माइक म्यूट करूंगी। देखें जी, मेरा तल्लक था इस जमात से। 2 चीजें हमें बताई गई। पहला ये था कि ये आम बंदे ने नहीं ऐलान किया, यूट्यूब पे मिर्जा ताहर साहब की वीडियो है, वो ऐलान करते रहे आमदियों के सामने खड़े होके कि 74 की कार्रवाई असेंबली की जिस दिन बाहर आ गई, हमारा दावा है कि हम दुनिया को देंगे, पाकिस्तान सारा आमदी हो जाएगा। माजरनामा भी कह रहे थे तलब साहब कि वो जी हमारा छापा नहीं गया, साथ नहीं लगाया। असेंबली की कार्रवाई लें, माजरनामा साथ आई एम सॉरी, कॉल आवाज आ रही है जी? आ रही है अमर भाई, आवाज आ रही है मेरी? आ रही है जी, आ रही है। दरमियान में कॉल आवाज आ रही है जी? आ रही है जी, आपकी आवाज आ रही है चौधरी साहब? माइक एक दो बारी ना म्यूट करके अनम्यूट करोगे सही हो जाएगा। वो कॉल आवे तो किस पे इंज हो जाता। अच्छा, हाँ जी। अब सुने जी कि हम भी दोस्त हैं, ਜੀ ਅਮਰ ਨਜ਼ੀਰ ਸਾਹਿਬ, ਮੈਂ ਤੁਹਾਡੇ ਫੈਕਟ ਸੁਣੇ ਨੇ। ਮੇਰਾ ਉਹ ਬਾਕੀ ਦੀ ਗੁਫ਼ਤਗੂ ਨਾਲ ਨਹੀਂ ਤਲਕ। ਉਹ ਚੰਗੇਜ਼ ਖਾਨ ਨੇ ਤੁਹਾਨੂੰ ਅੰਗੇਜ ਕੀਤਾ ਸੀ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਮੈਂ ਜਿਹੜੀ ਤੁਸੀਂ ਕਹਿੰਦੇ ਹੋ 47 ਤੋਂ 74 ਤੱਕ ਬਹੁਤ ਜ਼ਿਆਦਾ ਜਿਹੜਾ ਜਮਾਤ ਨਾਲ ਬਲਵੇ ਹੋਏ, ਹੰਗਾਮੇ ਹੋਏ, ਘਰ ਤੜੇ,
लेकिन मेरे को अच्छा जी, मेरी बात मुकम्मल होने दें प्लीज, मैं फिर इजाजत चाहूंगा। अब आमदी दोस्तों का हक बनता है कि वो 74 की असेंबली की कार्रवाई लें। जो पेपर जो कागज असेंबली वालों ने नहीं लगाए ये साथ लगाएं, माजरनामा है जो भी उन्होंने लगाना है मुझे करके दिखाएं, अपने खलीफा साहब की बात को सच करें पाकिस्तान आधा या पूरा जो आमदी। नंबर 1। दूसरी बात, मिर्ज़ा ताहिर साहब की वीडियो है, वहाँ पे बच्चे आमदी बच्चे पूछ रहे हैं जी मिर्ज़ा साहब नबी आपका क्लेम है क्या और भी आ सकते हैं, क्योंकि आप समझ, हमें ये बताया जाता था ना कि नबी रहमत है, नबी आने बंद नहीं हुए, तो बताएं अब हमें में इसको नबी बन जाएगा था ना कि नबी रहमत। तो मिर्ज़ा ताहिर साहब कह रहे हैं एक नहीं आना है, वो उसके बाद दुआ करें ना करें कुछ भी है। अब सारे मुसलमान जो हैं वो समझते हैं, उनका ये मानना है, ये यार बंद कर ले माइक, किसी दोस्त का माइक ओपन है, वो सारे मुसलमानों का ये दावा है और ये मानना है कि अल्लाह पाक के रसूल आखिरी नबी हैं, और आमदी कहते हैं जी नबी रहमत है, नबी आ सकते हैं। आमदी जो हैं वो मिर्ज़ा साहब को शामिल करके आगे फिर दरवाज़ा बंद है, ऐलान कर रहे हैं मिर्ज़ा ताहिर साहब कार्रवाई भी आप लगा लें और नबूवत भी वो बंद कर गए हैं, कार्रवाई आपके सामने है, माजरनामा साथ लगाएं तलत साहब और करके दिखाएं मिर्ज़ा साहब की बात पूरी के सारा पाकिस्तान होता है कि मैं समझता हूँ मिर्ज़ा ताहिर साहब झूठ ही बोल गए हैं। इतनी सी मैं बात करनी थी, बहस मैं नहीं कर सकता, तो मैं इजाजत चाहूंगा बस। वालेकुम रहमतुल्लाह। जज़ाकल्लाह। हाँ ये जी जो साहब, ये मेरा जनाब नासिर, एक एक मिनट